ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੁਖਾ ਕਹਾਂ ਬਿਆਪੈ। ਜਾ ਕਉ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ। ਤਾ ਕਉ ਧੁਖਾ ਕਹਾਂ ਬਿਆਪੈ। ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ। ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੈ। ਅੰਤ ਚਲੈ ਗੁਹਾਰੀ, ਗੁਣ ਨਿਧਾਨ ਗੁਣ ਤਿਨਹੀ ਗਾਏ। ਜਾ ਕਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ। ਨਾਨਕ ਤਿਸ ਬਲਿਹਾਰੀ,
ਗੁਣ ਨਿਦਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਹਰ ਰੋਜ਼ ਦੀ ਤਰ੍ਹਾਂ ਰੂਹਾਨੀਅਤ ਦੇ ਮੁਜੱਸਮੇ, ਮਨੁੱਖਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਸ ਮਹਾਨ ਪਵਿੱਤਰ ਅਸਥਾਨ ਤੋਂ ਅੰਮ੍ਰਿਤ ਵੇਲੇ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰ ਰਹੇ ਗੁਰੂ ਸਵਾਰਿਓ, ਵਡਭਾਗੇ ਹਾਂ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹਰ ਰੋਜ਼ ਨੇਮ ਨਾਲ ਨਿੱਤਾ ਪ੍ਰਤੀ ਜਿੱਥੇ ਅਸੀਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਰ ਰੋਜ਼ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ ਹਾਂ, ਉਥੇ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸੰਗਤ ਬੜੇ ਪਿਆਰ ਨਾਲ ਸਰਵਣ ਕਰਦੀ ਹੈ। ਸੋ ਆਓ ਜਿੱਥੇ ਜਿੱਥੇ ਵੀ ਟਿਕ ਕੇ ਬੈਠੇ ਹਾਂ, ਕੁਝ ਸਮੇਂ ਲਈ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾਈਏ ਔਰ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਜੋ ਵਿਚਾਰ ਹੈ ਇਹਦੀ ਆਰੰਭਤਾ ਕਰੀਏ। ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਸਰਕਾਰ ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 711 ਤੇ ਸੁਭਾਇਮਾਨ ਹੈ ਔਰ ਟੋਡੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਉਪਦੇਸ਼ ਦ੍ਰਿੜ ਕਰਵਾ ਰਹੇ ਹਨ। ਹਰ ਬਿਸਰਤ ਸਦਾ ਖੁਆਰੀ। ਸਾਧ ਸੰਗਤ ਤੇ ਪਹਿਲੀਆਂ ਦੋ ਪੰਕਤੀਆਂ ਸ਼ਬਦ ਦੀ ਰਹਾਉ ਵਾਲੀਆਂ ਪੰਕਤੀਆਂ ਨੇ ਔਰ ਤਕਰੀਬਨ ਸ਼ਬਦ ਦੀ ਜਿਹੜੀ ਸਮੁੱਚੀ ਕੇਂਦਰੀ ਵਿਚਾਰ ਹੈ ਉਹ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਲੇ ਹੀ ਕੇਂਦਰਿਤ ਰਹਿੰਦੀ ਹੈ। ਮਹਾਰਾਜ ਸਾਹਿਬ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਕਿ ਹਰ ਬਿਸਰਤ ਸਦਾ ਖੁਆਰੀ, ਕਿ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਉਹ ਸੰਸਾਰ ਦੇ ਵਿੱਚ ਥਾਂ ਥਾਂ ਤੇ ਖੁਆਰ ਹੀ ਹੁੰਦਾ ਹੈ। ਜੇ ਮੈਂ ਬਿਲਕੁਲ ਪਿਓਰ ਪੰਜਾਬੀ 'ਚ ਕਹਿ ਦਿਆਂ, ਮਹਾਰਾਜ ਕਹਿੰਦੇ ਕਿ ਨਾਮ ਤੋਂ ਟੁੱਟ ਕੇ ਵਾਹਿਗੁਰੂ ਨੂੰ ਭੁੱਲ ਕੇ ਮਨੁੱਖ ਦੀ ਥਾਂ ਥਾਂ ਤੇ ਬੇਇੱਜ਼ਤੀ ਹੀ ਹੁੰਦੀ ਹੈ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਵਾਰ-ਵਾਰ ਸਾਨੂੰ ਇਹ ਸ਼ਬਦ ਰਿਪੀਟ ਕਰਾਏ ਨੇ ਕਿ ਵੇਖਿਓ ਕਿਤੇ ਨਾਮ ਨੂੰ ਨਾ ਭੁੱਲ ਜਾਇਓ, ਪਰਮੇਸ਼ਰ ਨੂੰ ਨਾ ਭੁੱਲ ਜਾਇਓ। ਸਾਹਿਬ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਕਹਿੰਦੇ ਮੇਰੀ ਜ਼ਿੰਦਗੀ 'ਚ ਸਭ ਤੋਂ ਵੱਡਾ ਚਾਅ ਹੀ ਇਹ ਹੈ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਯਾਦ ਕਰਦਾ ਰਵਾਂ, ਰਾਤ ਤੇ ਦਿਨ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਦੇ ਵੀ ਵਿਸਾਰਾਂ ਨਾ, ਭੁੱਲਾਂ ਨਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਪਹਿਲੇ ਰਾਗ ਸ੍ਰੀ ਰਾਗ ਦੀ ਆਰੰਭਤਾ ਹੁੰਦੀ ਹੈ, ਉਹਦੇ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਛੋੜੇ ਦੀ ਗੱਲ ਕਰਦਿਆਂ ਬਹੁਤ ਪਿਆਰੀ ਉਦਾਹਰਨ ਦਿੱਤੀ ਹੈ।
ਸਾਹਿਬ ਜੀ ਕਹਿੰਦੇ ਵੀ ਹੇ ਮਾਲਕ ਜੀ, ਹੇ ਰੱਬ ਜੀ, ਜੇ ਕਿਤੇ ਮੈਨੂੰ ਬਹੁਤ ਉੱਚੇ ਤੇ ਸੋਹਣੇ ਮੰਦਰਾਂ ਦੇ ਵਿੱਚ ਨਿਵਾਸ ਰੱਖਣ ਦਾ ਮੌਕਾ ਮਿਲ ਜਾਵੇ, ਉਹ ਜਿਹੜੇ ਮੰਦਰ ਨੇ ਉਹ ਕੀਮਤੀ ਰਤਨਾਂ ਜਵਾਹਰਾਂ ਦੇ ਨਾਲ ਜੜੇ ਹੋਣ, ਜਿੱਥੋਂ ਕਸਤੂਰੀ ਦੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਜਿਹੜੇ ਅਤਰ ਹਨ ਉਹਨਾਂ ਦੀਆਂ ਸੁਗੰਧੀਆਂ ਆਉਂਦੀਆਂ ਹੋਣ। ਤੇ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਕੁਝ ਵੇਖ ਕੇ ਮੈਨੂੰ ਇੱਕ ਡਰ ਲੱਗਦਾ ਹੈ ਕਿ ਮਾਲਕ ਜੀ ਕਿਤੇ ਦੁਨਿਆਵੀ ਸਹੂਲਤਾਂ ਵੇਖ ਕੇ ਮੈਂ ਤੈਨੂੰ ਭੁੱਲ ਨਾ ਜਾਵਾਂ, ਮੈਂ ਤੈਨੂੰ ਵਿਸਾਰ ਨਾ ਦਵਾਂ। ਹਰ ਬਿਸਰਤ ਸਦਾ ਖੁਆਰੀ। ਸਾਹਿਬ ਦੇ ਬੜੇ ਪਿਆਰੇ ਬੋਲ ਨੇ। ਮਹਾਰਾਜ ਕਹਿੰਦੇ ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇੰਨਾ ਕੁਝ ਵੇਖ ਕੇ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਨ 'ਚ ਇੱਕ ਤੌਖਲਾ ਬਣਿਆ ਰਹਿੰਦਾ ਹੈ ਕਿ ਵਾਹਿਗੁਰੂ ਇਹ ਦੁਨਿਆਵੀ ਸਹੂਲਤਾਂ ਵੇਖ ਕੇ ਕਿਤੇ ਮੈਂ ਤੈਨੂੰ ਵਿਸਾਰ ਨਾ ਦਵਾਂ। ਸਾਧ ਸੰਗਤ, ਰੱਬ ਨੂੰ ਵਿਸਾਰਨਾ ਕੀ ਹੈ ਕਿ ਰੱਬੀ ਗੁਣਾਂ ਤੋਂ ਮੁਨਕਰ ਹੋ ਜਾਣਾ। ਜੇ ਆਪਾਂ ਵਿਚਾਰ ਕਰੀਏ ਨਾ ਕਿ ਪਰਮੇਸ਼ਰ ਨੂੰ ਵਿਸਾਰਨਾ ਕੀ ਹੈ, ਵਾਹਿਗੁਰੂ ਦੇ ਜਿਹੜੇ ਰੱਬੀ ਗੁਣ ਨੇ ਉਹਨਾਂ ਤੋਂ ਮੁਨਕਰ ਹੋ ਜਾਣਾ, ਉਹਨਾਂ ਤੋਂ ਕਿਨਾਰਾ ਕਰ ਲੈਣਾ। ਹੁਣ ਪਰਮੇਸ਼ਰ ਦਾ ਸੁਭਾਅ ਕੀ ਹੈ? ਅਸੀਂ ਰੋਜ਼ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਜਦੋਂ ਹਜੂਰ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਹੁਣ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਵਾਹਿਗੁਰੂ ਨੂੰ ਵਿਸਾਰਿਆ ਤਾਂ ਨਹੀਂ। ਜੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਦੇ ਕੌੜਾ ਨਹੀਂ ਬੋਲਦੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਅਸੀਂ ਸਾਰੇ ਸੰਸਾਰ ਵਿੱਚ ਮਿਠਾਸ ਹੀ ਵਰਤਾ ਰਹੇ ਹਾਂ, ਕਿ ਅਸੀਂ ਆਪਣੇ ਮਨ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਤਾਂ ਨਹੀਂ ਰੱਖ ਰਹੇ, ਸਾਡੇ ਮਨ 'ਚ ਕਿਸੇ ਪ੍ਰਤੀ ਕੋਈ ਦਵੈਸ਼ ਭਾਵਨਾ ਤਾਂ ਨਹੀਂ ਹੈ। ਜੇ ਅਸੀਂ ਈਰਖਾ ਦਵੈਸ਼ ਭਾਵਨਾ ਨੂੰ ਆਪਣੇ ਹਿਰਦੇ 'ਚ ਚੱਕੀ ਫਿਰਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖਿਓ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਔਰ ਜਿਹੜਾ ਨਹੀਂ ਵਿਸਾਰਦਾ ਉਹ ਕਦੇ ਵੀ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ, ਚੁਗਲੀ, ਈਰਖਾ ਇਹਨਾਂ तमाम ਅਵਗੁਣਾਂ ਤੋਂ ਬਚਿਆ ਰਹਿੰਦਾ ਹੈ। ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਦੱਸੇ ਹੋਏ ਨੇ ਕਿ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਅੱਜ ਦਾ ਮਨੁੱਖ ਕਿਤੇ ਧਰਮ ਦੇ ਨਾਂ ਤੇ, ਕਿਤੇ ਜਾਦੂ ਟੂਣਿਆਂ ਦੇ ਨਾਂ ਤੇ, ਕਿਸੇ ਹੋਰ ਤਰ੍ਹਾਂ ਦੇ ਮਨਮਤੀ ਤਰੀਕਿਆਂ ਦੇ ਨਾਲ ਆਪਣੇ ਮਨ ਅੰਦਰ ਡਰ ਪਾਲ ਕੇ ਤਾਂ ਨਹੀਂ ਬੈਠਾ। ਜੇ ਡਰ ਪਾਲ ਕੇ ਬੈਠੇ ਆ, ਹਾਂ ਡਰ ਰੱਖੋ ਪਰਮੇਸ਼ਰ ਦਾ, ਭਉ ਰੱਖੋ ਵਾਹਿਗੁਰੂ ਦਾ, ਪਰ ਪਰਮੇਸ਼ਰ ਤੋਂ ਬਿਨਾ ਨਿੱਕੀ ਨਿੱਕੀ ਗੱਲ ਤੇ ਕਹਿਣਾ ਕਿ ਮੇਰੇ ਗੁਆਂਢੀ ਨੇ ਮੇਰੇ ਤੇ ਕੋਈ ਜਾਦੂ ਨਾ ਕਰ ਦਿੱਤਾ ਹੋਵੇ, ਫਲਾਣੇ ਨੇ ਆਹ ਕੰਮ ਨਾ ਕਰ ਦਿੱਤਾ ਹੋਵੇ, ਕੀ ਅਸੀਂ ਡਰਦੇ ਤਾਂ ਨਹੀਂ? ਮਹਾਰਾਜ ਸਾਹਿਬ ਕਹਿੰਦੇ ਜੇ ਵਾਹਿਗੁਰੂ ਨਿਰਭਉ ਹੈ ਤੇ ਯਾਦ ਰੱਖਿਓ ਪਰਮੇਸ਼ਰ ਦੇ ਭਉ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਿਓ। ਬਾਕੀ ਤਰ੍ਹਾਂ ਦੇ ਜਿਹੜੇ ਡਰ ਤੇ ਖੌਫ ਨੇ ਇਹਨਾਂ ਨੂੰ ਮਨ 'ਚੋਂ ਵਿਸਾਰ ਦੇਣਾ ਚਾਹੀਦਾ। ਜੇ ਅਕਾਲ ਪੁਰਖ ਨਿਰਵੈਰ ਹੈ, ਅਸੀਂ ਕਿਸੇ ਨਾਲ ਵੈਰ ਤਾਂ ਨਹੀਂ ਪਾਲ ਕੇ ਬੈਠੇ। ਸਾਡਾ ਮਨੁੱਖੀ ਸੁਭਾਅ ਹੈ, ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕਿਤੇ ਨਾ ਕਿਤੇ ਕੋਈ ਘਟਨਾ ਹੋਈ ਹੋਵੇ ਨਾ, ਭਾਵੇਂ ਸਾਲਾਂ ਬੱਧੀ ਕਈ ਸਾਲ ਬੀਤ ਗਏ ਹੋਣ, ਤੇ ਬੰਦਾ ਆਪਣੇ ਮਨ 'ਚ ਜ਼ਰੂਰ ਰੱਖਦਾ ਹੈ ਕਿ ਸਮਾਂ ਆਵੇਗਾ ਤੇ ਮੈਂ ਇਹਨੂੰ ਦੱਸਾਂਗਾ। ਮਤਲਬ ਇਹਨੇ ਜਿਹੜੀ ਭਾਜੀ ਪਾਈ ਹੈ ਨਾ, ਮੈਂ ਇਸ ਭਾਜੀ ਨੂੰ ਲਾਵਾਂਗਾ। ਮੈਨੂੰ ਮਾਫ ਕਰਨਾ ਖਾਲਸਾ ਜੀ, ਸਾਡਾ ਕੀਮਤੀ ਸਮਾਂ ਹੈ। 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ ਹੈ। ਇਹ ਦੇਹੀ ਮਿਲੀ ਹੈ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਸੰਸਾਰ ਵਿੱਚ ਚੰਗੇ ਕੰਮ ਕਰੀਏ, ਨੇਕੀ ਕਰੀਏ, ਪਰਉਪਕਾਰ ਕਰੀਏ। ਪਰ ਮਨੁੱਖ ਦੀ ਸਾਰੀ ਉਮਰ ਭਾਜੀਆਂ ਚਾੜਨ ਤੇ ਭਾਜੀਆਂ ਲਾਉਣ ਦੇ ਵਿੱਚ ਬਤੀਤ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੇਖਿਓ ਕਿਤੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ 'ਚੋਂ ਵਿਸਾਰ ਨਾ ਦਿਓ। ਮਨ ਏਕ ਨਾ ਚੇਤਸ ਮੂੜ ਮਨਾ, ਰੋਜ਼ ਸੋਦਰ ਵਿੱਚ ਪੜ੍ਹਦੇ ਆ, ਹਰ ਬਿਸਰਤ ਤੇਰੇ ਗੁਣ ਗਲਿਆ। ਮਹਾਰਾਜ ਕਹਿੰਦੇ ਜਿੱਦਣ ਰੱਬ ਨੂੰ ਵਿਸਾਰ ਦਿੱਤਾ ਨਾ, ਇੱਕ ਗੱਲ ਯਾਦ ਰੱਖੀ ਸੱਜਣਾ, ਤੇਰੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਚੰਗੇ ਗੁਣ ਨੇ ਇਹ ਹੌਲੀ ਹੌਲੀ ਖਤਮ ਹੋ ਜਾਣਗੇ ਔਰ ਅਵਗਣ ਪ੍ਰਵੇਸ਼ ਕਰ ਜਾਣਗੇ। ਤੇ ਜੇ ਸਿਰ ਦੇ ਵਿੱਚ ਅਵਗਣ ਆ ਜਾਣ ਸਾਧ ਸੰਗਤ ਜੀ, ਉਸ ਸਿਰ ਦੇ 'ਚ ਪਰਮੇਸ਼ਰ ਦਾ ਨਾਮ ਨਹੀਂ ਟਿਕ ਸਕਦਾ।
ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਕਰ ਰਹੇ ਨੇ ਕਿ ਮਹਾਰਾਜ ਕਿਰਪਾ ਕਰਿਓ, ਤੁਹਾਡੇ ਨਾਮ ਨਾਲੋਂ ਟੁੱਟ ਕੇ ਮਨੁੱਖ ਹਮੇਸ਼ਾ ਸੰਸਾਰ ਵਿੱਚ ਖੁਆਰ ਹੁੰਦਾ ਹੈ ਤੇ ਉਹਦੀ ਬੇਇੱਜ਼ਤੀ ਹੀ ਹੁੰਦੀ ਹੈ। ਕਿਉਂਕਿ ਜਦੋਂ ਵਕਾਰ ਭਾਰੀ ਪੈ ਜਾਣ, ਮੰਨ ਲਓ ਵੀ ਕਾਮ ਭਾਰੀ ਪੈ ਗਿਆ ਤੇ ਮਨੁੱਖ ਨੇ ਉਹਦੇ ਵੱਸ ਹੋ ਕੇ ਖੁਆਰ ਹੀ ਹੋਣਾ ਹੈ। ਜਿੱਦਣ ਕ੍ਰੋਧ ਭਾਰੀ ਪੈ ਗਿਆ, ਸਾਹਿਬ ਕਹਿੰਦੇ ਇਹਦੇ ਵੱਸ ਹੋ ਕੇ ਬੰਦੇ ਨੇ ਨੁਕਸਾਨ ਆਪਣਾ ਵੀ ਕਰ ਬਹਿਣਾ ਹੈ ਤੇ ਦੂਜੇ ਦਾ ਵੀ ਹੋ ਜਾਣਾ ਹੈ। ਇਸ ਕਰਕੇ ਜਦੋਂ ਕੋਈ ਵੀ ਪੰਜਾਂ ਵਕਾਰਾਂ ਦੇ ਵਿੱਚੋਂ ਜਾਂ ਅਵਗਣਾਂ ਚੋਂ ਕੋਈ ਅਵਗਣ ਸਾਡੇ ਤੇ ਪ੍ਰਬਲ ਹੋਣ ਲੱਗਦਾ ਹੈ ਨਾ, ਇਹਦਾ ਮਤਲਬ ਵੀ ਸਾਧ ਸੰਗਤ ਅਸੀਂ ਰੱਬ ਨੂੰ ਵਿਸਾਰ ਰਹੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ ਉਹ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ। ਤਾ ਕਉ ਧੋਖਾ ਕਹਾਂ ਵਿਆਪੈ, ਜਾ ਕਉ ਓਟ ਤੁਹਾਰੀ। ਪਰ ਸਾਹਿਬ ਜੀ ਕਹਿੰਦੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਦੇ ਮਨ ਵਿੱਚ ਤੇਰੇ ਪ੍ਰਤੀ ਪੱਕਾ ਤੇਰਾ ਵਿਸ਼ਵਾਸ ਵੱਜ ਗਿਆ ਵੀ ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਨੇ ਨਾ, ਹਜੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਦੇ ਵੀ ਉਹਨਾਂ ਨੂੰ ਸੰਸਾਰ ਦੇ ਵਿੱਚ ਇਹ ਧੋਖਾ ਵਿਆਪਦਾ ਨਹੀਂ। ਧੋਖਾ ਵਿਆਪਣ ਦਾ ਅਰਥ ਕੀ ਹੈ ਕਿ ਉਹਨਾਂ ਦੇ ਉੱਤੇ ਕੋਈ ਵੀ ਬੁਰਾਈ ਜਿਹੜੀ ਉਹ ਆਪਣਾ ਅਸਰ ਨਹੀਂ ਪਾ ਸਕਦੀ, ਕਿਉਂਕਿ ਉਹਨਾਂ ਦਾ ਸੁਭਾਅ ਹੀ ਸੰਸਾਰ ਤੇ ਪਰਉਪਕਾਰ ਵਾਲਾ ਬਣ ਜਾਂਦਾ ਹੈ। ਆ ਤੁਸੀਂ ਦੇਖਦੇ ਹੋ ਨਾ, ਕਈ ਵਾਰ ਜਿਹੜੇ ਮਨੁੱਖ ਸੰਸਾਰ ਵਿੱਚ ਬਹੁਤ ਚੰਗੇ ਕਰਮ ਕਰਦੇ ਹਨ ਤੇ ਦੁਨੀਆ ਉਹਨਾਂ ਨੂੰ ਵੀ ਨਹੀਂ ਬਖਸ਼ਦੀ, ਖਾਸ ਕਰਕੇ ਸੋਸ਼ਲ ਮੀਡੀਆ ਵੇਖ ਲਓ। ਪਰ ਗੁਰੂ ਦੀ ਬਾਣੀ ਇਹ ਕਹਿੰਦੀ ਹੈ ਕਿ ਕਿਸੇ ਦੀ ਪਰਵਾਹ ਨਹੀਂ ਕਰਨੀ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ, ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ, ਨੇਕ ਕਰਮ ਕਰਦੇ ਹਾਂ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਧਰਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਨੇ ਆ ਨਾ, ਤੇ ਸਾਹਿਬ ਕਹਿੰਦੇ ਕੋਈ ਵੀ ਧੋਖਾ ਭਾਵ ਕਿ ਕੋਈ ਵਕਾਰ ਜਿਹੜਾ ਹੈ ਉਹ ਸਾਡੇ ਤੇ ਕਦੇ ਪ੍ਰਭਾਵ ਨਹੀਂ ਪਾ ਸਕਦਾ। ਕਿਹਦੇ ਤੇ? ਜਿਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ। ਰਹਾਉ। ਰਹਾਉ ਦਾ ਅਰਥ ਹੈ ਠਹਿਰਨਾ। ਮਹਾਰਾਜ ਸਾਹਿਬ ਜੀ ਨੇ ਵਾਰ-ਵਾਰ ਰਹਾਉ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਬਾਣੀ ਰੁਕ ਰੁਕ ਕੇ ਪੜੋ, ਬਾਣੀ ਸਹਿਜ ਨਾਲ ਪੜੋ ਤੇ ਬਾਣੀ ਦੀ ਵਿਚਾਰ ਕਰਨਾ ਕਰੋ। ਸੋ ਮਹਾਰਾਜ ਸਾਹਿਬ ਜੀ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਸਾਹਿਬ ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡੀ ਜ਼ਿੰਦਗੀ ਕੀ ਹੈ। ਹੁਣ ਵੇਖੋ ਸੱਪ ਹੈ ਨਾ ਸਾਧ ਸੰਗਤ, ਮਹਾਰਾਜ ਸਾਹਿਬ ਨੇ ਸੱਪ ਦੀ ਉਦਾਹਰਨ ਦਿੱਤੀ। ਸਾਰੀ ਉਮਰ ਡਰਪੋਕ ਜਿਹਾ ਬਣ ਕੇ ਰਹਿੰਦਾ ਹੈ, ਵੇਖੋ ਵੱਲ ਮਾਰ ਕੇ ਬੈਠਾ ਰਹਿੰਦਾ ਹੈ ਤੇ ਆਪਣੀ ਜਿਹੜੀ ਸਿਰੀ ਹੈ ਨਾ ਉਹਨੂੰ ਲੁਕਾ ਕੇ ਰੱਖਦਾ ਹੈ, ਕਿਉਂਕਿ ਉੱਥੇ ਹੀ ਸਾਰੀ ਵਿਸ਼, ਉੱਥੇ ਹੀ ਸਾਰਾ ਜ਼ਹਿਰ ਭਰਿਆ ਹੈ। ਆਰਜਾ ਜਿਹੜੀ ਬਹੁਤ ਮੰਨੀ ਜਾਂਦੀ ਹੈ, ਪਰ ਸੱਚ ਕਰਕੇ ਜਾਣਿਓ ਸਾਹਿਬ ਕਹਿੰਦੇ ਹੈ ਕਿ ਜਿਹੜਾ ਮਨੁੱਖ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਲੈਣ ਤੋਂ ਬਿਨਾ, ਜਿਹੜਾ ਮਨੁੱਖ ਪਰਮੇਸ਼ਰ ਨਾਲੋਂ ਦੂਰ ਹੋ ਜਾਂਦਾ ਹੈ ਨਾ, ਉਹਦੇ ਅੰਦਰ ਵੀ ਵਿਸ਼ੇ ਵਕਾਰਾਂ ਦਾ ਜ਼ਹਿਰ ਜਿਹੜਾ ਉਹ ਪ੍ਰਬਲ ਰਹਿੰਦਾ ਹੈ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ, ਬਿਨ ਸਿਮਰਨ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਕਹਿੰਦੇ ਵੇਖੋ ਸੱਪ ਉਹ ਕਿੰਨੀ ਲੰਬੀ ਉਮਰ ਵੀ ਭੋਗਦਾ ਹੈ, ਪਰ ਸਾਧ ਸੰਗਤ ਜੀ ਉਹ ਜ਼ਹਿਰ ਨਾਲ ਵੀ ਭਰਿਆ ਹੈ। ਤੇ ਮਹਾਰਾਜ ਕਹਿੰਦੇ ਕੀ ਹੋਇਆ ਜੇਕਰ ਉਮਰ ਵੀ ਬਹੁਤ ਹੋ ਗਈ ਪਰ ਇਹ ਉਮਰ ਕਿਸੇ ਲੇਖੇ ਵਿੱਚ ਨਾ ਆਈ, ਇਹ ਜੀਵਨ ਕਿਸੇ ਲੇਖੇ ਵਿੱਚ ਨਾ ਆਇਆ, ਉਹਦਾ ਕਾਰਨ ਇਹ ਹੈ ਵੀ ਨਾਮ ਨੂੰ ਭੁੱਲ ਗਏ। ਬਾਣੀ ਵਿੱਚ ਮਹਾਰਾਜ ਨੇ ਇੱਕ ਜਗ੍ਹਾ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਜਦੋਂ ਅਸੀਂ ਦੇਖਦੇ ਹਾਂ ਕਿ ਸੰਗੀਤ ਜਿਹੜਾ ਹੈ ਉਹ ਵਜਾਉਂਦਾ ਹੈ ਤੇ ਸੰਗੀਤ ਤੋਂ ਬਿਨਾ ਕਦੇ ਵੀ ਨਾਚ ਨਹੀਂ ਹੁੰਦਾ। ਜੇ ਕੋਈ ਬੰਦਾ ਕਵੇ ਨਾ ਨੱਚਣਾ ਹੈ ਤੇ ਉਹ ਸੰਗੀਤ ਤੋਂ ਬਿਨਾ, ਰਾਗ ਤੋਂ ਬਿਨਾ ਉਹਦਾ ਪੈਰ ਜਿਹੜਾ ਅੱਗੇ ਨਹੀਂ ਵੱਧ ਸਕਦਾ ਨੱਚਣ ਵਾਸਤੇ। ਸਾਹਿਬ ਜੀ ਕਹਿੰਦੇ ਜੇ ਕੋਈ ਬੰਦਾ ਕਵੇ ਕਿ ਮੈਂ ਗਾਉਣਾ ਹੈ, ਜੇ ਉਹਦੇ ਕੋਲ ਗਲਾ ਹੋਵੇਗਾ ਤੇ ਗਾ ਸਕਦਾ ਹੈ, ਤੇ ਸੁੰਦਰ ਆਵਾਜ਼ ਤੋਂ ਬਿਨਾ ਮਨੁੱਖ ਕਦੇ ਗਾ ਨਹੀਂ ਸਕਦਾ ਗਲੇ ਤੋਂ ਬਗੈਰ। ਹੁਣ ਰਬਾਬ ਕਿੱਡੀ ਵੀ ਕੀਮਤੀ ਤੇ ਮਹਿੰਗੀ ਕਿਉਂ ਨਾ ਹੋਵੇ, ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਜੇਕਰ ਤਾਰ ਨਹੀਂ ਤੇ ਉਹ ਰਬਾਬ ਭਾਵੇਂ ਚੰਦਨ ਦੀ ਲੱਕੜ ਦੀ ਬਣੀ ਹੈ ਤੇ ਉਸ ਛੋਟੀ ਜੀ ਤਾਰ ਤੋਂ ਬਿਨਾ ਉਹਦੀ ਕੋਈ ਵੈਲਿਊ ਨਹੀਂ। ਇਦਾਂ ਹੀ ਇਹ ਜਿਹੜਾ ਮਨੁੱਖਾ ਜੀਵਨ ਹੈ, ਸਾਡਾ ਜਿਹੜਾ ਸਰੀਰ ਹੈ,
ਇਹਨੂੰ ਕਿੰਨਾ ਵੀ ਕੋਈ ਲਿੰਬਾ ਪੋਚੀ ਕਰ ਲਵੇ, ਸ਼ਿੰਗਾਰ ਲਵੇ, ਬਾਹਰੀ ਸ਼ਿੰਗਾਰ ਲਾ ਲਵੇ, ਪਰ ਸਾਹਿਬ ਕਹਿੰਦੇ ਐ ਕਿ ਜੇਕਰ ਨਾਮ ਦਾ ਸ਼ਿੰਗਾਰ ਨਹੀਂ ਕੀਤਾ, ਆਪਣੀ ਜ਼ਿੰਦਗੀ 'ਚ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਿਮਰਨ ਨਹੀਂ ਕੀਤਾ, ਇਹ ਸਰੀਰ ਕਿਸੇ ਅਰਥ ਵਿੱਚ ਨਹੀਂ ਹੈ। ਬਾਣੀ 'ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਨੇ। ਸਾਹਿਬ ਕਹਿੰਦੇ ਬਿਨ ਬਾਜੇ ਕੈਸੇ ਨਿਰਤਕਾਰੀ, ਕਿ ਬਾਜੇ ਤੋਂ ਬਗੈਰ ਬੰਦਾ ਨਾਚ ਨਹੀਂ ਕਰ ਸਕਦਾ। ਬਿਨ ਕੰਠੇ ਕੈਸੇ ਗਾਵਨ ਹਾਰੀ, ਜੇ ਗਲਾ ਨਹੀਂ ਤੇ ਬੰਦਾ ਗਾ ਨਹੀਂ ਸਕਦਾ। ਜੀਲ ਬਿਨਾ ਕੈਸੇ ਬਜੇ ਰਬਾਬ, ਨਾਮ ਬਿਨਾ ਬਿਰਥੇ ਸਭ ਕਾਜ। ਸਾਹਿਬ ਕਹਿੰਦੇ ਇਦਾਂ ਹੀ ਜਿਵੇਂ ਇੱਕ ਤਾਰ ਤੋਂ ਬਿਨਾ ਸੰਗੀਤ ਪੈਦਾ ਨਹੀਂ ਹੋ ਸਕਦਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਬਾਕੀ ਜਿੰਨੇ ਵੀ ਕਾਜ ਕਰਦੇ ਆ ਇਹ ਸਾਰੇ ਵਿਅਰਥ ਹਨ। ਸੋ ਜਿਨਨੇ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਲਿਆ, ਜਿਨਨੇ ਰੱਬ ਜੀ ਦਾ ਸਿਮਰਨ ਕੀਤਾ ਨਾ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁਰਖਰੂ ਹੈ। ਤੇ ਨਾਮ ਤੋਂ ਬਗੈਰ ਤੇ ਕਿੰਨੀ ਵੀ ਆਰਜਾ ਕਿਉਂ ਨਾ ਹੋਵੇ। ਤੇ ਸੱਪ ਦਾ ਦ੍ਰਿਸ਼ਟਾਂਤ ਦੇਖ ਕੇ ਮਹਾਰਾਜ ਕਹਿੰਦੇ ਹੈ ਕਿ ਜਿਵੇਂ ਸਾਰੀ ਉਮਰ ਜ਼ਹਿਰ ਪਾਲਦਾ ਹੈ ਨਾ, ਇਦਾਂ ਹੀ ਨਾਮ ਜੀ ਦੇ ਕੋਲ ਨਹੀਂ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਜੀ ਦੇ ਕੋਲ ਨਹੀਂ, ਉਹਦੇ ਅੰਦਰ ਵੀ ਵਿਸ਼ੇ ਵਕਾਰਾਂ ਦਾ ਜ਼ਹਿਰ ਪ੍ਰਬਲ ਰਹਿੰਦਾ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਤੇ ਸਾਹਿਬ ਕਹਿੰਦੇ ਨਾਮ ਤੋਂ ਟੁੱਟਿਆ ਮਨੁੱਖ ਫੇਰ ਭਾਵੇਂ ਆ ਸਾਰੀ ਜਿਹੜੀ ਧਰਤੀ ਹੈ ਨਾ, ਇਹਦਾ ਰਾਜ ਕਿਉਂ ਨਾ ਕਮਾ ਲਵੇ, ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਬਣ ਜਾਵੇ, ਪਰ ਮਹਾਰਾਜ ਕਹਿੰਦੇ ਅੰਤ ਸਮੇਂ ਉਹਨੂੰ ਸੰਸਾਰ ਤੋਂ ਬਾਜੀ ਹਾਰ ਕੇ ਜਾਣਾ ਪੈਂਦਾ ਹੈ। ਸਾਧ ਸੰਗਤ, ਜਿੱਥੇ 9 ਖੰਡ ਦਾ ਅਰਥ ਵਿਦਵਾਨ ਜਨਾਂ ਨੇ ਸਾਰੀ ਸ੍ਰਿਸ਼ਟੀ ਕੀਤਾ ਹੈ, ਉਥੇ 9 ਖੰਡ ਦਾ ਅਰਥ ਗਿਆਨ ਇੰਦਰੀ ਵੀ ਹੈ ਕਿ ਇਹਨਾਂ ਗਿਆਨ ਇੰਦਰੀਆਂ ਨੂੰ ਸਵਾਰਨ ਦੇ ਅੰਦਰ, ਇਹਨਾਂ ਗਿਆਨ ਇੰਦਰੀਆਂ ਦੀ ਆਪਣੇ ਲਈ ਵਰਤੋਂ ਮਨੁੱਖ ਕਰਦਾ ਆਇਆ, ਪਰ ਕਿਸੇ ਵਾਸਤੇ ਇਹ ਸਰੀਰ ਕੰਮ ਨਾ ਆ ਸਕਿਆ। ਮੇਰੇ ਕਹਿਣ ਤੋਂ ਭਾਵ ਕਿ ਯਤਨ ਕਰਨਾ ਚਾਹੀਦਾ ਹੈ। ਇਹ ਜਿਹੜਾ ਵਾਹਿਗੁਰੂ ਨੇ ਸੋਹਣਾ ਸਰੀਰ ਦਿੱਤਾ ਹੈ, ਇਹ ਸੰਸਾਰ ਤੇ ਭਲਾ ਕਰਨ ਵਾਸਤੇ ਦਿੱਤਾ ਹੈ, ਨੇਕੀ ਕਰਨ ਵਾਸਤੇ ਦਿੱਤਾ ਹੈ, ਪਰਉਪਕਾਰ ਕਰਨ ਵਾਸਤੇ ਦਿੱਤਾ ਹੈ। ਭਾਰਤ ਦੀ ਧਰਤੀ ਤੇ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਯਾਦ ਰੱਖਣਾ ਖਾਲਸਾ ਜੀ, ਆਜ਼ਾਦੀ ਦਾ ਮੁੱਢ ਤੁਹਾਡੇ ਬਜ਼ੁਰਗਾਂ ਨੇ ਬੱਧਾ ਸੀ। ਤੇ ਜਦੋਂ ਤੁਸੀਂ ਆਪਣੀ ਕੌਮ ਦੇ ਇਤਿਹਾਸ ਵੱਲ ਝਾਤ ਮਾਰ ਕੇ ਵੇਖੋਗੇ, ਉਹਨਾਂ ਬਜ਼ੁਰਗਾਂ ਨੇ ਕੁਝ ਸੁਪਨੇ ਲਏ ਸਨ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਇੱਕ ਵਿਦਵਾਨ ਨੇ ਬੜੇ ਪਿਆਰੇ ਅੰਕੜੇ ਪੇਸ਼ ਕੀਤੇ ਨੇ। ਭਾਵੇਂ ਕਿ ਅੱਜ ਦਾਅਵੇ ਕੀਤੇ ਜਾਂਦੇ ਨੇ ਕਿ ਭਾਰਤ ਐਸ ਸੱਤਿਆਗ੍ਰਹਿ ਕਰਕੇ ਆਜ਼ਾਦ ਹੋਇਆ ਜਾਂ ਐਸ ਤਰੀਕੇ ਨਾਲ ਆਜ਼ਾਦ ਹੋਇਆ। ਯਾਦ ਰੱਖਣਾ, ਆਪਣੇ ਜੀਵਨ ਨੂੰ ਕਿਸੇ ਦੇ ਲੇਖੇ ਵਿੱਚ ਲਾ ਦੇਣਾ, ਜੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਮਹਾਰਾਜ ਸਾਹਿਬ ਕਹਿ ਰਹੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਉਹ ਵਿਦਵਾਨ ਨੇ ਬੜੇ ਪਿਆਰੇ ਅੰਕੜੇ ਦਿੱਤੇ ਨੇ। ਕਹਿੰਦਾ ਭਾਰਤ ਦੀ ਆਜ਼ਾਦੀ ਵਾਸਤੇ 2647 ਬੰਦਿਆਂ ਨੇ ਉਮਰ ਕੈਦ ਭੋਗੀ ਹੈ, ਜਿਹਦੇ ਵਿੱਚੋਂ ਖਾਲਸਾ ਜੀ 2146 ਸਿੱਖ ਸਨ। ਫਿਰ ਉਹਨੇ ਅੱਗੇ ਲਿਖਿਆ ਹੈ, ਕਹਿੰਦਾ 121 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਭਾਰਤ ਦੀ ਆਜ਼ਾਦੀ ਵਾਸਤੇ, ਜਿਹਦੇ ਵਿੱਚੋਂ 93 ਸਿੱਖ ਸਨ। ਫਿਰ ਉਹ ਅੱਗੇ ਲਿਖਦਾ ਹੈ, ਕਹਿੰਦਾ ਭਾਰਤ ਦੀ ਆਜ਼ਾਦੀ ਵਾਸਤੇ 113 ਬੰਦੇ ਬਜ-ਬਜ ਘਾਟ ਦੀ ਜਿਹੜੇ ਸ਼ਹੀਦ ਮੰਨੇ ਜਾਂਦੇ ਨੇ, ਉਹਦੇ ਵਿੱਚੋਂ ਸਾਧ ਸੰਗਤ 67 ਸਿੱਖ ਸਨ। ਤੇ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਜਲਿਆਂਵਾਲੇ ਬਾਗ ਵਿੱਚ 1300 ਲੋਕ ਜਿਹੜੇ ਇੱਕ ਦਿਨ ਵਿੱਚ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਵਿੱਚੋਂ 799 ਸਿੱਖ ਸਨ ਔਰ 91 ਬੰਦੇ ਤੋਪਾਂ ਨਾਲ ਬੰਨ ਕੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨੇ ਉਡਾ ਕੇ ਰੱਖ ਦਿੱਤੇ। ਉਹ 91 ਦੇ 91 ਸਿੱਖ ਸਨ। ਤੇ ਅਕਾਲੀ ਮੂਵਮੈਂਟ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ, ਇਸ ਮੂਵਮੈਂਟ ਦੇ 500 ਜਿਹੜੇ ਸਿੱਖ ਨੇ ਉਹ ਸ਼ਹੀਦ ਹੁੰਦੇ ਨੇ ਭਾਰਤ ਦੀ ਆਜ਼ਾਦੀ ਲਈ, ਤੇ 500 ਦੇ 500 ਸਿੱਖ ਸਨ। ਵੇਖੋ ਕਿਸੇ ਲਈ ਕਿਵੇਂ ਆਪਾ ਵਾਰਿਆ ਜਾਂਦਾ ਹੈ, ਕਿਸੇ ਦਾ ਕਿਵੇਂ ਭਲਾ ਕੀਤਾ ਜਾਂਦਾ ਹੈ। ਇੱਕ ਵਿਦਵਾਨ ਦੇ ਬੋਲ ਮੈਨੂੰ ਯਾਦ ਆ ਰਹੇ ਨੇ, ਉਹ ਚੰਦ ਸ਼ਬਦ ਬੜੇ ਪਿਆਰੇ ਲਿਖਦਾ ਹੈ ਇਸ ਪੰਜਾਬ ਦੀ ਧਰਤੀ ਬਾਰੇ। ਉਹ ਕਹਿੰਦਾ, ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਜਾਪੀ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਡਾਕ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ। ਕਹਿੰਦਾ, ਰਚਿਆ ਜਦੋਂ ਸਵੰਬਰ ਸੀ ਵਿਦ ਮਾਤਾ, ਲਾੜੀ ਮੌਤ ਵਰੀ ਤਾਂ ਪੰਜਾਬੀਆਂ ਨੇ,
ਚਾਰੇ ਪਾਸਿਓਂ ਕਿਤੋਂ ਵੀ ਆਈ ਗੋਲੀ, ਪਹਿਲਾਂ ਹਿੱਕ ਤੇ ਜੜੀ ਪੰਜਾਬੀਆਂ ਨੇ। ਪੰਜਾਬੀ ਦਾ ਮਹਾਨ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੋ ਪੰਕਤੀਆਂ ਬੜੀਆਂ ਪਿਆਰ ਦੀਆਂ ਲਿਖਦਾ ਹੈ। ਉਹ ਕਹਿੰਦਾ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ, ਮੌਤ ਜਿਸ ਦੀ ਹਿੱਕ ਤੇ ਵੱਸਦੀ ਏ, ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਸਾਧ ਸੰਗਤ ਯਾਦ ਰੱਖਣਾ, ਕਿਸੇ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਦੇਣਾ, ਇਹ ਕੇਵਲ ਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਵਾਲਿਆਂ ਦੇ ਹਿੱਸੇ ਆਇਆ ਹੈ। ਜਦੋਂ ਤੁਸੀਂ ਇਸ ਲਹਿਰ ਵੱਲ ਨਿਗਾਹ ਮਾਰੋਗੇ, ਉਹ ਚਾਹੇ ਗਦਰੀ ਬਾਬੇ ਸਨ, ਉਹ ਚਾਹੇ ਸਾਧ ਸੰਗਤ ਜੀ ਸਾਡੀ ਕੌਮ ਦੇ ਮਹਾਨ ਬਜ਼ੁਰਗ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮ ਕੇ ਆਪਣੇ ਗਲਾਂ ਵਿੱਚ ਪਾਏ। ਔਰ ਯਾਦ ਰੱਖਣਾ, ਬਹੁ ਗਿਣਤੀ ਜਿਹੜੇ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਈਮਾਨ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਸੀ। ਇਸ ਕਰਕੇ ਸਾਹਿਬ ਕਹਿੰਦੇ, ਕਈ ਮਨੁੱਖ ਐਸੇ ਨੇ ਜਿਹੜੇ ਆਪਣੇ ਇਸ ਸਰੀਰ ਨੂੰ ਸਵਾਰਨ ਦੀ ਗੱਲ ਤਾਂ ਕਰਦੇ ਨੇ, ਪਰ ਯਾਦ ਰੱਖਣਾ, ਉਹ ਸਾਰੀ ਉਮਰ ਕਿਸੇ ਦੇ ਕੰਮ ਨਹੀਂ ਆਉਂਦੇ। ਕਿਸੇ ਦੇ ਕੰਮ ਆਉਣਾ ਇਹ ਭਲੀ ਰੀਤ ਹੈ, ਨੇਕੀ ਕਰਨੀ, ਪਰਉਪਕਾਰ ਕਰਨਾ ਸਾਧ ਸੰਗਤ ਤੇ ਭਲੀ ਰੀਤ ਹੈ। ਇਹ ਮੈਂ ਥੋੜੀ ਜੀ ਤਾਂ ਬੇਨਤੀ ਕੀਤੀ ਹੈ ਕਿ ਆਜ਼ਾਦੀ ਦੇ ਜਸ਼ਨ ਹਰ ਸਾਲ ਮਨਾਏ ਜਾਂਦੇ ਨੇ, ਪਰ ਯਾਦ ਰੱਖਣਾ, ਅਸੀਂ ਕੀ ਖਟਿਆ, ਕਿਤੇ ਨਾ ਕਿਤੇ ਇਹਦਾ ਮੁਲਾਂਕਣ ਜ਼ਰੂਰ ਕਰਨਾ ਬਣਦਾ ਹੈ। 10 ਲੱਖ ਸਿੱਖ ਜਿਹੜਾ ਹੈ, ਉਹ ਸਾਧ ਸੰਗਤ 10 ਲੱਖ ਪੰਜਾਬੀ, ਚਾਹੇ ਮੁਸਲਮਾਨ ਤੇ ਚਾਹੇ ਸਿੱਖ, ਉਹ 10 ਲੱਖ ਪੰਜਾਬੀ ਜਿਹੜਾ ਹੈ, ਉਹ ਇਸ ਆਜ਼ਾਦੀ ਦੇ ਵਿੱਚ ਸ਼ਹੀਦ ਹੁੰਦਾ ਹੈ। 1 ਕਰੋੜ ਤੋਂ ਵੱਧ ਲੋਕ ਜਿਹੜੇ ਨੇ ਉਹ ਬੇਘਰ ਹੁੰਦੇ ਨੇ। ਮੇਰੀ ਬੇਨਤੀ ਹੈ, ਤੁਸੀਂ ਅੰਕੜੇ ਕੱਢ ਕੇ ਵੇਖ ਲਿਓ। 175 ਸਾਡੇ ਜਾਨ ਤੋਂ ਪਿਆਰੇ ਗੁਰਧਾਮ ਉਹ ਵਿਛੜ ਗਏ, ਜਿਹੜੇ ਅੱਜ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ। ਤੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਉਧਰ ਅੰਗਰੇਜ਼ ਨੇ ਜਦੋਂ ਸਾਡੇ ਬਜ਼ੁਰਗਾਂ ਨੂੰ ਬਾਰ ਦੇ ਇਲਾਕੇ 'ਚ ਖੜਿਆ ਨਾ, ਤੇ ਉਹ ਸਾਰਾ ਇਲਾਕਾ ਜਿਹੜਾ ਸੀ ਉਹਨੂੰ ਆਬਾਦ ਕੀਤਾ ਸੀ ਸਾਡੇ ਬਜ਼ੁਰਗਾਂ ਨੇ, ਕਿਉਂਕਿ ਬੜੀ ਮਿਹਨਤੀ ਕੌਮ ਹੈ ਸਿੱਖ ਕੌਮ। ਆ ਤੁਸੀਂ ਅੱਜ ਵੀ ਯੂਪੀ ਤੇ ਉੱਤਰਾਖੰਡ ਦੇ ਇਲਾਕੇ ਵਿੱਚ ਜਾਓ, ਇਹ ਸਾਰਾ ਜੰਗਲ ਦਾ ਇਲਾਕਾ ਸੀ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਉਸ ਇਲਾਕੇ ਵਿੱਚ ਗਏ, ਤੇ ਗੁਰੂ ਨੇ ਏਡੀ ਕਿਰਪਾ ਕੀਤੀ ਵੀ ਉਹਨਾਂ ਸਾਰੀ ਧਰਤੀ ਨੂੰ ਆਬਾਦ ਕੀਤਾ। ਜਿਹੜੀਆਂ ਬੰਜਰ ਜ਼ਮੀਨਾਂ ਸਨ ਉਹਨਾਂ 'ਚ ਵੀ ਖੇਤੀ ਪੈਦਾ ਕੀਤੀ। ਇਹ ਬਾਰ ਦੇ ਇਲਾਕੇ ਵਿੱਚ ਹਜ਼ਾਰਾਂ ਮਰਬਿਆਂ ਦੇ ਮਾਲਕ ਸਨ ਸਾਡੇ ਬਜ਼ੁਰਗ, ਸਾਡੇ ਭਰਾ। ਪਰ ਇਸ ਵੰਡ ਦੇ ਵਿੱਚ ਜਦੋਂ ਦਿੱਲੀ ਦੀ ਧਰਤੀ ਤੇ ਇਹ ਲਕੀਰ ਖਿੱਚੀ ਗਈ, ਇਹ ਦੋ ਪੰਜਾਬ, ਅਸਲ 'ਚ ਜਿਹੜੀ ਵੰਡ ਸੀ ਇਹ ਪੰਜਾਬ ਤੇ ਬੰਗਾਲ ਦੀ ਵੰਡ ਸੀ, ਪੂਰੇ ਹਿੰਦੁਸਤਾਨ ਦੀ ਵੰਡ ਨਹੀਂ ਸੀ। ਔਰ ਉਹ ਬਾਰ ਦਾ ਇਲਾਕਾ ਛੱਡ ਕੇ ਸਾਰੇ ਸਾਡੇ ਜਿਹੜੇ ਬਜ਼ੁਰਗ ਸਨ ਉਹ ਆ ਗਏ ਸਾਧ ਸੰਗਤ ਇੱਧਰ, ਤੇ ਜਿਨ੍ਹਾਂ ਕੋਲ ਉਧਰ ਮਰਬਿਆਂ ਬੱਧੀ ਜ਼ਮੀਨ ਸੀ ਉਹਨਾਂ ਨੂੰ ਥੋੜੀਆਂ ਜ਼ਮੀਨਾਂ ਅਲਾਟ ਹੋਈਆਂ, ਤੇ ਬਹੁਤੇ ਜਿਹੜੇ ਬਜ਼ੁਰਗ ਸੀ ਉਹ ਇਸ ਵੰਡ ਤੋਂ ਬਾਅਦ, ਮੈਨੂੰ ਮਾਫ ਕਰਨਾ, ਵਿਜੋਗ ਨਾ ਸਹਾਰਦੇ ਹੋਏ ਉਹ ਸਾਧ ਸੰਗਤ ਸੰਸਾਰ ਤੋਂ ਰੁਖਸਤ ਹੋ ਗਏ। ਅੱਜ ਵੀ ਜਿਨ੍ਹਾਂ ਦੇ ਘਰ ਵਿੱਚ ਪੁਰਾਣੇ ਬਜ਼ੁਰਗ ਨੇ, ਮੈਂ ਅੱਜ ਇਸ ਪੰਥਕ ਸਟੇਜ ਤੋਂ ਬੇਨਤੀ ਕਰਨਾ ਚਾਹਾਂਗਾ, ਉਹਨਾਂ ਨੂੰ ਰਿਕਾਰਡ ਕਰਕੇ ਜ਼ਰੂਰ ਰੱਖੋ। ਉਹ ਜਦੋਂ ਅੱਜ ਵੀ ਉਹਨਾਂ ਦਿਨਾਂ ਦੀ ਗੱਲ ਕਰਦੇ ਨੇ ਨਾ, ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਨੇ। ਯਾਦ ਰੱਖਣਾ ਸਾਧ ਸੰਗਤ, ਮੈਂ ਇੱਕ ਦਿਨ ਸੁਣ ਰਿਹਾ ਸੀ ਇੱਕ ਪੰਜਾਬੀ ਮੁਸਲਮਾਨ ਦੀ ਜਿਹੜੀ ਡਾਕੂਮੈਂਟਰੀ ਬਣੀ ਸੀ ਕੋਈ, ਉਹਦੇ ਵਿੱਚ ਉਹਨੂੰ ਪੁੱਛ ਰਿਹਾ ਸੀ ਪੱਤਰਕਾਰ ਕਿ ਜਦੋਂ ਤੁਸੀਂ ਆਏ ਤੇ ਕਿਵੇਂ ਆਏ। ਉਹਨੇ ਕਿਹਾ ਮੈਨੂੰ ਗੋਲੀ ਲੱਗੀ। ਤੇ ਪੱਤਰਕਾਰ ਨੇ ਪੁੱਛਿਆ ਵੀ ਸੱਚ ਦੱਸਿਓ, ਗੋਲੀ ਦਾ ਦਰਦ ਜ਼ਿਆਦਾ ਸੀ ਜਾਂ ਆਪਣੀ ਜੰਮਣ ਭੋਏ ਛੱਡਣ ਦਾ ਦੁੱਖ ਜ਼ਿਆਦਾ ਸੀ? ਤੇ ਉਹਨੇ ਅੱਖਾਂ 'ਚ ਹੰਝੂ ਲਿਆਂਦੇ ਤੇ ਹੰਝੂ ਲਿਆ ਕੇ ਕਹਿਣ ਲੱਗਾ, ਗੋਲੀ ਦਾ ਦਰਦ ਤੇ ਕੁਛ ਵੀ ਨਹੀਂ, ਜਦੋਂ ਆਪਣਾ ਘਰ ਛੱਡ ਕੇ ਤੁਰੇ ਸੀ ਨਾ, ਕਹਿੰਦਾ ਉਹ ਦਰਦ ਗੋਲੀ ਦੇ ਦਰਦ ਤੋਂ ਕਿਤੇ ਜ਼ਿਆਦਾ ਦੁੱਖ ਦਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ, ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ। ਸਾਡੇ ਆਗੂ ਕਹਿੰਦੇ ਰਹੇ ਕਿ ਦੇਸ਼ ਇੱਕ ਰਹਿਣਾ ਚਾਹੀਦਾ ਹੈ, ਪਰ ਇਸ ਕਿਸੇ ਗੱਲ ਦੀ ਪਰਵਾਹ ਨਾ ਕੀਤੀ ਗਈ। ਔਰ ਸਾਧ ਸੰਗਤ ਜੀ, ਬਹੁਤ ਜ਼ਿਆਦਾ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ। 10 ਲੱਖ ਪੰਜਾਬੀ ਜਿੱਥੇ ਕਤਲ ਹੋਇਆ, ਉੱਥੇ ਮੈਂ ਬੇਨਤੀ ਕਰਨਾ ਚਾਹਾਂਗਾ, ਸਿੱਖਾਂ ਦੀ ਆਰਥਿਕਤਾ ਨੂੰ ਬੜੀ ਵੱਡੀ ਸੱਟ ਵੱਜੀ। ਔਰ ਸਭ ਤੋਂ ਵੱਡੀ ਗੱਲ ਵੇਖੋ, ਵਾਅਦੇ ਜੋ ਵਫਾ ਨਾ ਹੋਏ। 1947 ਤੋਂ ਬਾਅਦ ਸਾਨੂੰ ਕੀ ਕੁਝ ਮਿਲਿਆ? ਜੇ ਅਸੀਂ ਆਪਣੀ ਭਾਸ਼ਾ ਦੀ ਗੱਲ ਕੀਤੀ ਤੇ ਸਾਧ ਸੰਗਤ 4 ਜੁਲਾਈ ਸਨ 1955 ਨੂੰ ਇਸ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੌਜਾਂ ਚਾੜ ਦਿੱਤੀਆਂ ਗਈਆਂ। ਆ ਜਿਹੜਾ ਪਿੱਛੇ ਜੇ ਅਸੀਂ ਦਿਨ ਮਨਾ ਕੇ ਹਟੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ,
ਔਰ ਸਾਧ ਸੰਗਤ ਇੱਥੇ ਹੀ ਬਸ ਨਹੀਂ, ਅਜੇ ਅਸੀਂ ਉਧਰੋਂ ਆਏ ਤੇ ਅਸੀਂ ਸਾਡੇ ਬਜ਼ੁਰਗ ਆਪਣਾ ਆਪ ਸੰਭਾਲ ਹੀ ਰਹੇ ਸਨ ਕਿ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਬੜਾ ਦੁੱਖ ਹੁੰਦਾ ਹੈ, ਵੇਖੋ ਅਸੀਂ ਇਸ ਭਾਰਤ ਲਈ ਕੁਰਬਾਨੀਆਂ ਕੀਤੀਆਂ ਨੇ, ਹਿਰਦਾ ਪਤੀਜ ਜਾਂਦਾ ਹੈ ਜਦੋਂ ਗਦਰੀ ਬਾਬਿਆਂ ਦਾ ਇਤਿਹਾਸ ਪੜ੍ਹੀਦਾ ਹੈ, ਹਿਰਦਾ ਪਤੀਜ ਜਾਂਦਾ ਹੈ ਕਿਵੇਂ ਬਾਬਾ ਵਿਸਾਖਾ ਸਿੰਘਣੀ ਅਮਰੀਕਾ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਆਏ, ਗਦਰ ਲਹਿਰ ਚਲਾਈ, ਕਿਵੇਂ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਆਪਣੇ ਗਲਾਂ ਵਿੱਚ ਪਾਏ। ਉਹਨਾਂ ਸੁਪਨਾ ਲਿਆ ਸੀ ਕਿ ਗੁਲਾਮੀ ਬੜੀ ਮਾੜੀ ਹੁੰਦੀ ਹੈ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬੜਾ ਪਿਆਰਾ ਫਰਮਾਨ ਹੈ, ਬਾਬਾ ਫਰੀਦ ਸਾਹਿਬ ਅਕਾਲ ਪੁਰਖ ਦੇ ਚਰਨਾਂ 'ਚ ਇੱਕ ਜੋਦੜੀ ਕਰਦੇ ਨੇ ਕਿ ਵਾਹਿਗੁਰੂ ਮੈਂ ਤੇਰਾ ਦਰ ਛੱਡ ਕੇ ਕਿਸੇ ਬੰਦੇ ਦਾ ਗੁਲਾਮ ਨਾ ਬਣਾ, ਜੇ ਮੈਨੂੰ ਮੰਗਣਾ ਪਵੇ ਨਾ ਮੈਂ ਤੇਰੇ ਤੋਂ ਮੰਗਾ, ਪਰ ਜੇ ਕਿਤੇ ਇਹ ਦਿਨ ਆਵੇ ਕਿ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਪਰਾਏ ਦਰ ਤੇ ਬਹਿਣਾ ਪਵੇ, ਇਹਦੇ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਤਾਂ ਕੱਢ ਲਈ, ਪਰ ਸੱਚੇ ਪਾਤਸ਼ਾਹ ਮਹਾਰਾਜ ਵੇਖੀ ਕਿਤੇ ਮੈਨੂੰ ਕਿਸੇ ਬਗਾਨੇ ਦੇ ਦਰ ਤੇ ਜਾ ਕੇ ਬਹਿਣਾ ਨਾ ਪਵੇ। ਬਾਬਾ ਫਰੀਦ ਸਾਹਿਬ ਦਾ ਬੜਾ ਪਿਆਰਾ ਸਲੋਕ ਹੈ, ਹਜੂਰ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਫਰੀਦਾ ਬਾਹਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇਹ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੇਹ। ਬੜਾ ਪਿਆਰਾ ਬਾਬਾ ਫਰੀਦ ਸਾਹਿਬ ਦਾ ਬੋਲ ਹੈ। ਇਹਨੂੰ ਕੀ ਕਿਹਾ ਜਾਂਦਾ ਹੈ ਕਿ ਇਹ ਵੀ ਇੱਕ ਆਜ਼ਾਦੀ ਦੀ ਗੱਲ ਹੈ, ਕਿਉਂਕਿ ਇੱਕ ਰੂਹਾਨੀ ਆਜ਼ਾਦੀ ਹੈ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਾਰ-ਵਾਰ ਕੀਤੀ ਹੈ। ਰੂਹਾਨੀ ਆਜ਼ਾਦੀ ਕੀ ਹੈ ਖਾਲਸਾ ਜੀ? ਪਦਾਰਥਵਾਦ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਸ਼ਰ ਕਰਨੀ, ਵਕਾਰਾਂ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਸ਼ਰ ਕਰਨੀ, ਜਿਹਦੇ ਦੁਆਲੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਸਮੁੱਚੀ ਵਿਚਾਰ ਕੇਂਦਰਿਤ ਹੈ। ਔਰ ਸਾਧ ਸੰਗਤ ਇੱਕ ਗੱਲ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਦੋ ਤਰ੍ਹਾਂ ਦੀ ਗੁਲਾਮੀ, ਇੱਕ ਮਾਨਸਿਕ ਗੁਲਾਮੀ ਹੈ ਤੇ ਇੱਕ ਸਰੀਰਕ ਗੁਲਾਮੀ ਹੈ। ਤੇ ਜਿਹੜੀ ਸਰੀਰਕ ਗੁਲਾਮੀ ਹੈ ਨਾ, ਮਾਨਸਿਕ ਗੁਲਾਮੀ ਇਹਦੇ ਨਾਲੋਂ ਕਿਤੇ ਸਾਧ ਸੰਗਤ ਜੀ ਦੁਖਦਾਈ ਹੈ। ਬੰਦਾ ਸਰੀਰਕ ਤੌਰ ਤੇ ਕਿਤੇ ਗੁਲਾਮ ਹੋਵੇ ਨਾ, ਮੰਨ ਲਓ ਵੀ ਕੋਈ ਬੰਦਾ ਜੇਲ੍ਹ 'ਚ ਹੀ ਬੈਠਾ ਹੈ। ਆ ਪਿੱਛੇ ਜੇ ਕਰਨਾਟਕ ਦੇ ਵਿੱਚੋਂ ਇੱਕ ਸਿੱਖ ਬੰਦੀ ਨੂੰ ਲਿਆਂਦਾ ਸਾਧ ਸੰਗਤ ਪੰਜਾਬ ਦੀ ਜੇਲ੍ਹ ਵਿੱਚ, ਤੇ 26 ਸਾਲ ਬਾਅਦ ਉਹ ਆਇਆ, ਮਤਲਬ 26 ਸਾਲ ਉਹਦਾ ਸਰੀਰ ਗੁਲਾਮ ਕਰਕੇ ਰੱਖਿਆ ਗਿਆ, ਪਰ ਸੁਰਤ ਕਰਕੇ ਉਹ ਆਜ਼ਾਦ ਸੀ। ਉਹਨੂੰ ਲੁਧਿਆਣੇ ਸਟੇਸ਼ਨ ਤੇ ਗੱਡੀ ਰੁਕਦੀ ਹੈ ਤੇ ਇੱਕ ਗੈਰ ਸਿੱਖ ਪੱਤਰਕਾਰ ਟਿੱਚਰ ਭਰੇ ਲਹਿਜੇ ਵਿੱਚ ਕਹਿੰਦਾ ਵੀ ਕੀ ਹਾਲ ਹੈ ਤੇਰਾ? ਉਹਨੇ ਤੇ ਤਾਂ ਕਿਹਾ ਵੀ ਇਹ ਗੁਲਾਮ ਰਿਹਾ ਲਗਾਤਾਰ 26 ਸਾਲ, ਇਹਦਾ ਸਰੀਰ ਜਿਹੜਾ ਜੇਲ੍ਹ 'ਚ ਬੰਦ ਰਿਹਾ ਹੈ, ਪਰ ਉਹ ਮਨ ਕਰਕੇ ਚੜ੍ਹਦੀ ਕਲਾ 'ਚ ਸੀ। ਉਹਨੇ ਅੱਗਿਓਂ ਜਵਾਬ ਦਿੱਤਾ, ਕਹਿਣ ਲੱਗਾ ਭਾਈ ਸਾਹਿਬ ਹਾਲ ਕੀ ਹੋਣਾ ਹੈ? ਖਾਲਸਾ ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਰਹੇਗਾ। ਇਹਦਾ ਅਰਥ ਕੀ ਸੀ ਕਿ ਉਹ ਮਨ ਕਰਕੇ ਗੁਲਾਮ ਨਹੀਂ ਹੋਇਆ। ਪਰ ਜੇ ਬੰਦਾ ਮਨ ਕਰਕੇ ਗੁਲਾਮ ਹੋ ਜਾਵੇ ਨਾ ਸਾਧ ਸੰਗਤ ਜੀ, ਤੇ ਸਰੀਰ ਭਾਵੇਂ ਉਹਦਾ ਆਜ਼ਾਦ ਹੈ, ਮੈਂ ਬੇਨਤੀ ਕਰਾਂ ਉਹ ਸੰਸਾਰ ਦੇ ਉੱਤੇ ਕਦੇ ਵੀ ਸੰਸਾਰ ਤੇ ਸੋਹਣੇ ਤਰੀਕੇ ਨਾਲ ਵਿਚਰ ਨਹੀਂ ਸਕਦਾ। ਇਸ ਕਰਕੇ ਬਾਣੀ ਦੇ ਅੰਦਰ ਜਿੱਥੇ ਰੂਹਾਨੀ ਆਜ਼ਾਦੀ ਦੀ ਗੱਲ ਕੀਤੀ ਹੈ, ਉੱਥੇ ਦੁਨਿਆਵੀ ਤੌਰ ਤੇ ਵੀ ਆਜ਼ਾਦੀ ਦੀ ਗੱਲ ਆਈ ਹੈ ਕਿ ਅਸੀਂ ਖਾਣਾ ਕੀ ਹੈ, ਪਹਿਨਣਾ ਕੀ ਹੈ, ਵਿਚਰਨਾ ਕਿਵੇਂ ਹੈ, ਇਹ ਕੋਈ ਹੋਰ ਮੁਕਰਰ ਨਾ ਕਰੇ। ਇਸ ਕਰਕੇ ਮੈਂ ਤਾਂ ਥੋੜੀ ਜਿਹੀ ਬੇਨਤੀ ਕੀਤੀ ਹੈ ਕਿ ਭਾਰਤ ਸਾਡਾ ਦੇਸ਼ ਹੈ, ਆਪਾਂ ਇਸ ਦੇਸ਼ ਦੇ ਵਫਾਦਾਰ ਬਣ ਕੇ ਰਹੇ ਹਾਂ। ਭਾਵੇਂ ਕਿ 1955 ਚ ਫੌਜ ਵੀ ਚਾੜੀ ਗਈ, ਪੰਜਾਬੀ ਸੂਬਾ ਮੰਗਦੇ ਸਿੱਖਾਂ ਉੱਤੇ ਤਸ਼ੱਦਦ ਵੀ ਹੋਇਆ, ਸਾਨੂੰ ਜਰਾਇਮ ਪੇਸ਼ਾ ਵੀ ਕਿਹਾ, ਇਹਦੇ ਬਾਵਜੂਦ ਵੀ ਸਨ 1965 ਤੇ 1971 ਦੀ ਜੰਗ ਦਾ ਇਤਿਹਾਸ ਕਿਤੇ ਵੀ ਕੱਢ ਕੇ ਪੜ੍ਹ ਲਿਓ ਖਾਲਸਾ ਜੀ। ਇਹਨਾਂ ਦੋਵਾਂ ਜੰਗਾਂ ਦੇ ਵਿੱਚ ਜੇ ਭਾਰਤ ਦੋਵੇਂ ਜੰਗਾਂ ਜਿੱਤਿਆ ਤੇ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਕਰਕੇ, ਉਹਨਾਂ ਸਿੱਖ ਫੌਜੀਆਂ ਕਰਕੇ ਜਿੱਤਿਆ। ਫਿਰ ਇੱਥੇ ਹੀ ਬਸ ਨਹੀਂ, ਇਤੋਂ ਅੱਗੇ ਆ ਜਾਓ। 1984 ਵਿੱਚ ਜੋ ਕੁਝ ਹੋਇਆ ਉਹ ਮੇਰੇ ਤੋਂ ਵੱਧ ਆਪ ਜੀ ਜਾਣਦੇ ਹੋ ਕਿ ਜਿਹੜਾ ਹਥਿਆਰ ਗੋਲਾ ਇੱਕ ਫੌਜ ਦੂਜੀ ਫੌਜ ਤੇ ਦੂਜੇ ਦੇਸ਼ ਤੇ ਹਮਲਾ ਕਰਨ ਲੱਗਿਆਂ ਵਰਤਦੀ ਹੈ ਨਾ, ਉਹ ਸਾਰਾ ਕੁਝ ਵਰਤਿਆ ਗਿਆ। ਪਰ ਉਹਦੇ ਤੋਂ ਵੀ ਬਾਅਦ 26,000 ਨੌਜਵਾਨ ਇਸੇ ਮਾਝੇ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਸਰਦਾਰ ਜਸਵੰਤ ਸਿੰਘ ਖਾਲੜਾ, ਜਿਨੇ ਸਾਧ ਸੰਗਤ ਜੀ ਲਵਾਰਸ ਲਾਸ਼ਾਂ ਜਿਹੜੀਆਂ ਸੀ ਇਹਨਾਂ ਨੂੰ ਲੱਭਦਿਆਂ ਉਹਨਾਂ ਦੇ ਵਾਰਸ ਲੱਭਦਿਆਂ ਉਹ ਵਿਚਾਰਾ ਆਪ ਇੱਕ ਲਵਾਰਸ ਲਾਸ਼ ਬਣ ਗਿਆ। ਮੇਰੇ ਕਹਿਣ ਤੋਂ ਭਾਵ
ਇੰਨਾ ਦੁੱਖ ਤਕਲੀਫਾਂ ਇਸ ਆਜ਼ਾਦ ਭਾਰਤ ਵਿੱਚ ਸਹਿਣ ਤੋਂ ਬਾਅਦ ਜੇ ਕਿਤੇ ਕਾਰਗਲ ਦਾ ਯੁੱਧ ਆਇਆ ਤੇ ਕੋਈ ਦੁਨੀਆ ਦਾ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਸਿੱਖਾਂ ਨੇ ਭਾਰਤ ਨਾਲ ਗਦਾਰੀ ਕੀਤੀ ਹੈ। ਟਾਈਗਰ ਹਿੱਲ ਤੇ ਕਬਜ਼ਾ ਕਰਨਾ ਇਹ ਵੀ ਸਾਡੇ ਸਿੱਖ ਫੌਜੀਆਂ ਦੇ ਹਿੱਸੇ ਆਇਆ, ਔਰ ਇਹ ਇਤਿਹਾਸ ਰੁਕਦਾ ਨਹੀਂ। ਆ ਥੋੜੇ ਦਿਨ ਪਹਿਲਾਂ ਮੈਨੂੰ ਜਾਣ ਦਾ ਮੌਕਾ ਮਿਲਿਆ, ਮਾਨਸੇ ਦੀ ਧਰਤੀ ਦੇ ਕੋਲ ਪਿੰਡ ਹੈ ਬੀਰੇਵਾਲ ਡੋਗਰਾ। ਸ਼ਹੀਦ ਗੁਰਤੇਜ ਸਿੰਘ 23 ਕੁ ਸਾਲ ਦੀ ਉਮਰ ਸੀ ਉਹਦੀ, ਤੇ 12 ਚੀਨੀਆਂ ਦੇ ਨਾਲ ਲੜਦਾ ਹੋਇਆ ਉਹ ਸਾਡੀ ਕੌਮ ਦਾ ਜਵਾਨ, ਭਾਰਤੀ ਫੌਜ ਦਾ ਸਿਪਾਹੀ ਸ਼ਹੀਦ ਹੋਇਆ। ਮੇਰੇ ਕਹਿਣ ਦਾ ਮਤਲਬ ਕਦੇ ਵੀ ਇਹ ਨਹੀਂ ਹੈ, ਨਾ ਹੀ ਆਪ ਜੀ ਨੇ ਇਹ ਮੰਨਣਾ ਕਿ ਮੈਂ ਕੋਈ ਵੱਖਰੀ ਗੱਲ ਕਰ ਰਿਹਾ ਹਾਂ, ਪਰ ਹਾਂ ਇਸ ਭਾਰਤ ਦੀ ਆਜ਼ਾਦੀ ਵਿੱਚ ਸਾਡਾ ਕੀ ਯੋਗਦਾਨ ਹੈ ਇਹ ਦੱਸਣਾ ਇਸ ਪੰਥ ਦੀ ਸਟੇਜ ਤੋਂ ਬੜਾ ਜ਼ਰੂਰੀ ਮੈਂ ਸਮਝਿਆ। ਔਰ ਸਾਧ ਸੰਗਤ ਜੀ, ਇੰਨਾ ਕੁਝ ਹੋਣ ਤੋਂ ਬਾਅਦ ਵੀ 47 ਤੋਂ ਬਾਅਦ ਵੀ ਇੰਨਾ ਕੁਝ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜਦੋਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਅਸੀਂ ਵਫਾਦਾਰ ਬਣ ਕੇ ਰਹੇ ਹਾਂ। ਭਾਰਤ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਰਹਿੰਦੇ ਨੇ, ਔਰ ਚਾਹੀਦਾ ਇਹ ਹੈ ਹਰ ਇੱਕ ਨੂੰ ਆਪਣਾ ਹੱਕ ਹੋਵੇ, ਕਿਸੇ ਦੇ ਹੱਕ ਤੇ ਕੋਈ ਡਾਕਾ ਨਾ ਮਾਰੇ, ਘੱਟ ਗਿਣਤੀਆਂ ਨੂੰ ਦਬਾਇਆ ਨਾ ਜਾਵੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਜਿੱਦਣ ਮਹਾਰਾਜ ਨੇ ਕਿਹਾ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਸੋ ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ, ਮਹਾਰਾਜ ਜਿਹੜਾ ਸੁਪਨਾ ਲੈ ਕੇ ਸਾਡੇ ਬਜ਼ੁਰਗਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ, ਅਸੀਂ ਵੀ ਉਸ ਆਜ਼ਾਦੀ ਦਾ ਸੋਹਣੇ ਤਰੀਕੇ ਨਾਲ ਨਿੱਘ ਮਾਣ ਸਕੀਏ। ਪਰ ਜਦੋਂ ਅਸੀਂ ਘਟਨਾਵਾਂ ਵੇਖਦੇ ਆ ਨਾ, ਅਜੇ ਤੇ ਹਫ਼ਤਾ ਨਹੀਂ ਹੋਇਆ, ਆ ਚੰਡੀਗੜ੍ਹ ਦੀ ਧਰਤੀ ਤੇ ਨਾ ਸਾਧ ਸੰਗਤ ਪਟਵਾਰੀਆਂ ਦਾ ਟੈਸਟ ਆਇਆ। ਅਸੀਂ ਬਾਹਰ ਜਾ ਕੇ ਕੀ ਮੰਗ ਰੱਖਣੀ ਆਪਣੀ ਕੌਮ ਦੀ, ਜਦੋਂ ਕਿ ਭਾਰਤ 'ਚ ਸਾਡੇ ਨਾਲ ਬੇਇਨਸਾਫੀ ਹੁੰਦੀ ਹੈ। ਤੇ ਜਦੋਂ ਟੈਸਟ ਦੇਣ ਗਏ ਅੰਮ੍ਰਿਤਧਾਰੀ ਗੁਰਸਿੱਖ ਬੀਬੀਆਂ, ਅੰਮ੍ਰਿਤਧਾਰੀ ਸਾਡੀ ਕੌਮ ਦੇ ਨੌਜਵਾਨ, ਉਹਨਾਂ ਦੇ ਕਕਾਰ ਲਾ ਲਏ ਗਏ। ਕਿਆ ਤੁਹਾਡੀ ਕਿਰਪਾਨ ਤੋਂ ਖਤਰਾ ਹੈ? ਕਿਆ ਤੁਹਾਡੇ ਕੜੇ ਤੋਂ ਖਤਰਾ ਹੈ? ਯਾਦ ਰੱਖਣਾ ਸਾਧ ਸੰਗਤ, ਜੇ ਇਹ ਸਾਡੇ ਧਾਰਮਿਕ ਚਿੰਨ੍ਹ ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੇ, ਤੇ ਜੇ ਅੱਜ ਇਹ ਕਕਾਰ ਲਵਾਏ ਜਾ ਰਹੇ ਨੇ, ਕਿ ਸਿੱਖ ਭਾਰਤ ਦੀ ਧਰਤੀ ਤੇ ਮਾਣ ਨਾਲ ਕਹਿ ਸਕਦਾ ਹੈ ਕਿ ਅਸੀਂ ਆਜ਼ਾਦ ਹਾਂ? ਆ 9 ਮਹੀਨਿਆਂ ਤੋਂ ਸਾਡੇ ਭਰਾ ਦਿੱਲੀ ਦੀ ਧਰਤੀ ਤੇ ਬੈਠੇ ਹੋਏ ਹਨ। ਯਾਦ ਰੱਖਣਾ ਖਾਲਸਾ ਜੀ, ਆਪਣੇ ਹੱਕ ਮੰਗ ਰਹੇ ਹਾਂ, ਤੇ ਹੱਕ ਮੰਗਣਾ ਕੋਈ ਗੁਨਾਹ ਨਹੀਂ, ਪਰ ਅਜੇ ਤੱਕ ਸਾਡਾ ਕੋਈ ਵੀ ਸਾਧ ਸੰਗਤ ਜੀ ਫੈਸਲਾ ਨਹੀਂ ਆਇਆ ਅਸੀਂ ਕਹਿ ਸਕਦੇ ਹਾਂ ਅਸੀਂ ਆਜ਼ਾਦ ਹਾਂ। ਇਹ ਮੈਂ ਤਾਂ ਥੋੜੀ ਜੀ ਬੇਨਤੀ ਕੀਤੀ ਹੈ। ਹਰ ਸਾਲ ਜਸ਼ਨ ਮਨਾਏ ਜਾਂਦੇ ਨੇ, ਤਿਰੰਗੇ ਲਹਿਰਾਏ ਜਾਂਦੇ ਨੇ, ਪਰ 10 ਲੱਖ ਪੰਜਾਬੀ ਨੂੰ ਕੋਈ ਯਾਦ ਨਹੀਂ ਕਰਦਾ। ਮੈਂ ਅਰਦਾਸ ਕਰਦਾ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਲਹੂ ਡੋਲਿਆ, ਕਿਰਪਾ ਕਰਿਓ ਉਹਨਾਂ ਦਾ ਲਹੂ ਸਹੀ ਰੂਪ ਵਿੱਚ ਕਿਸੇ ਅਰਥ ਵਿੱਚ ਲੱਗ ਜਾਵੇ, ਤੇ ਸਾਡੇ ਇਸ ਸਮਾਜ ਨੂੰ, ਸਾਡੇ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ, ਬੇਈਮਾਨੀ ਦੀ ਦਲਦਲ ਤੋਂ ਛੁਟਕਾਰਾ ਮਿਲ ਜਾਵੇ। ਇਹ ਉਹ ਬਜ਼ੁਰਗ ਸਨ ਜਿਨ੍ਹਾਂ ਨੇ ਕਿਸੇ ਲਈ ਆਪਣਾ ਜੀਵਨ ਜੀਵਿਆ, ਔਰ ਆਜ਼ਾਦੀ ਲੈ ਕੇ ਦਿੱਤੀ ਹਿੰਦੁਸਤਾਨੀਆਂ ਨੂੰ। ਉਹਨਾਂ ਬਜ਼ੁਰਗਾਂ ਨੂੰ ਕਦੇ ਨਾ ਭੁੱਲੀਏ। ਬਾਬਾ ਸੋਹਣ ਸਿੰਘ ਭਕਨੇ ਵਰਗੇ, ਬਾਬਾ ਵਿਸਾਖਾ ਸਿੰਘ ਦਦੇਰ ਸਾਹਿਬ ਵਰਗੀਆਂ ਸ਼ਖਸੀਅਤਾਂ ਇਹ ਪੰਜਾਬ ਦੀ ਧਰਤੀ ਦਾ ਜ਼ਰਾ ਜ਼ਰਾ ਉਹਨਾਂ ਸ਼ਹੀਦਾਂ ਦੇ ਨਾਲ ਲਬਰੇਜ ਹੈ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਉਮਰ ਜਿੰਨੀ ਮਰਜ਼ੀ ਹੋਵੇ, ਪਰ ਜੇ ਕਿਸੇ ਦੇ ਕੰਮ ਨਹੀਂ ਆਏ, ਤੁਸੀਂ ਸੰਸਾਰ ਦੇ ਉੱਤੇ ਕੁਝ ਸੋਹਣਾ ਕਾਰਜ ਨਹੀਂ ਕੀਤਾ, ਤੇ ਤੁਹਾਡਾ ਜੂਣਾ ਜਿਹੜਾ ਤ੍ਰਿਕਾਰ ਹੈ, ਮਹਾਰਾਜ ਕਹਿੰਦੇ ਅਖੀਰ ਤੇ ਬਾਜੀ ਹਾਰ ਕੇ ਜਾਣਾ ਪੈਂਦਾ ਹੈ। ਗੁਣ ਨਿਦਾਨ ਗੁਣ ਤੇ ਨਹੀਂ ਗਾਏ, ਜਾ ਕਉ ਕਿਰਪਾ ਧਾਰੀ। ਸਾਹਿਬ ਕਹਿੰਦੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ, ਉਹਦੇ ਗੁਣ ਉਹੀ ਗਾ ਸਕਦਾ ਹੈ ਜਿਹਦੇ ਤੇ ਮਹਾਰਾਜ ਮਾਲਕ ਦੀ ਕਿਰਪਾ ਹੋ ਜਾਵੇ। ਸੋ ਸੁਖੀਆ ਧਾਨੇ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਉਹੋ ਹੀ ਮਨੁੱਖ ਸੰਸਾਰ ਤੇ ਸੁਖੀ ਹੈ, ਤੇ ਉਹਦਾ ਜੀਵਨ ਜਿਉਣਾ ਧਨ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਵਰਤ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮੈਂ ਵੀ ਐਸੇ ਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ। ਸਾਧ ਸੰਗਤ,
ਮਹਾਰਾਜ ਸਾਹਿਬ ਬਾਣੀ ਵਿੱਚ ਇੱਕ ਜਗ੍ਹਾ ਤੇ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਨੇ ਨਾ ਕਿ ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾਉ। ਸਾਹਿਬ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਕਿ ਜਿਹੜੇ ਵਾਹਿਗੁਰੂ ਜੀ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਲੇਖੇ ਲਾਉਂਦੇ ਨੇ, ਦੀਨ ਦੁਖੀਆਂ ਦੇ ਲੇਖੇ ਲਾਉਂਦੇ ਨੇ, ਨੇਕੀ ਕਰਦੇ, ਭਲਾ ਕਰਦੇ, ਪਰਉਪਕਾਰ ਕਰਦੇ ਨੇ, ਮੈਂ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਂਦਾ ਹਾਂ। ਆਓ ਰਹਿੰਦੇ 5-7 ਮਿੰਟਾਂ ਵਿੱਚ ਜੋ ਲੜੀਵਾਰ ਸ਼ਬਦ ਹੈ ਇਹਦੀ ਵਿਚਾਰ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਹਨ। ਪਵਨੇ ਮਹਿ ਪਵਨ ਸੁਮਾਇਆ। ਸਾਹਿਬ ਨੇ ਸਾਰੇ ਸ਼ਬਦ ਦੇ ਅੰਦਰ ਇਹ ਜਿਹੜੀ ਸਾਡਾ ਮਨੁੱਖਾ ਸਰੀਰ ਹੈ ਨਾ, ਇਹਦੇ ਵਿੱਚ ਵਾਹਿਗੁਰੂ ਨੇ ਜਿੰਦ ਪਾਈ ਜਿਹਦੇ ਕਰਕੇ ਅਸੀਂ ਸਾਹ ਲੈਂਦੇ ਆ। ਮਹਾਰਾਜ ਨੇ ਇਹਦੀ ਗੱਲ ਹੀ ਕੀਤੀ। ਸਾਹਿਬ ਕਹਿੰਦੇ ਜਦੋਂ ਜਿੰਦ ਨਿਕਲ ਜਾਂਦੀ ਹੈ ਤੇ ਇਹ ਜਿਹੜਾ ਸਰੀਰ ਇਹ ਵੀ 5 ਤੱਤਾਂ ਦਾ ਪੁਤਲਾ ਹੈ, ਇਹਦੇ ਵਿੱਚ ਹਵਾ ਵੀ ਹੈ ਤੇ ਹਵਾ ਦਾ ਰੂਪ ਬਣ ਜਾਂਦੀ ਹੈ। ਜੋਤੀ ਮਹਿ ਜੋਤ ਰਲ ਜਾਇਆ। ਤੇ ਵਾਹਿਗੁਰੂ ਕਾਲ ਪੁਰਖ ਦੀ ਜੋਤ ਵਿੱਚ ਇਸ ਸਰੀਰ ਚੋਂ ਜਦੋਂ ਜਿੰਦ ਨਿਕਲਦੀ ਹੈ ਉਹ ਜੋਤੀ ਨਾਲ ਜੋਤ ਰਲਦੀ ਹੈ। ਮਾਟੀ ਮਾਟੀ ਹੋਈ ਏਕ। 5 ਤੱਤਾਂ ਦੇ ਵਿੱਚ ਮਿੱਟੀ ਵੀ ਇੱਕ ਤੱਤ ਹੈ ਤੇ ਜਿਹੜੀ ਸਰੀਰ ਦੀ ਮਿੱਟੀ ਹੈ, ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੰਦ ਨਿਕਲਣ ਤੋਂ ਬਾਅਦ ਇਹ ਜਿਹੜੀ ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਨਾਲ ਰਲ ਜਾਂਦੀ ਹੈ। ਰੋਵਨ ਹਾਰੇ ਕੀ ਕਵਨ ਟੇਕ। ਤੋ ਸਾਹਿਬ ਜੀ ਕਹਿੰਦੇ ਵੀ ਬਹੁਤ ਸਾਰੇ ਲੋਕ ਨੇ ਜਦੋਂ ਕੋਈ ਜਾਂਦਾ ਹੈ ਨਾ ਸਾਡੇ ਸਾਹਮਣੇ ਅਸੀਂ ਰੋਂਦੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਰੋਣਾ ਕਰਲਾਉਣਾ ਨਹੀਂ ਚਾਹੀਦਾ। ਵੇਖੋ ਇਹ ਸੰਸਾਰ ਦੀ ਰੀਤ ਹੈ, ਮਰਜ਼ਾਦਾ ਹੈ, ਜਿਹੜਾ ਕੁਰਲਾ ਰਿਹਾ ਉਹਨੇ ਵੀ ਇੱਕ ਦਿਨ ਜਾਣਾ ਹੈ। ਕੌਣ ਮੁਆਰੇ ਕੌਣ ਮੁਆ। ਸਾਹਿਬ ਕਹਿੰਦੇ ਜਦੋਂ ਜਿੰਦ ਹੀ ਰੱਬ ਨੇ ਇਸ ਹਿਰਦੇ ਵਿੱਚ ਪਾਈ ਤੇ ਫਿਰ ਅਸੀਂ ਉਸ ਮਾਲਕ ਨੇ ਇਸ ਜਿੰਦ ਨੂੰ ਕੱਢ ਲਿਆ, ਖਿੱਚ ਲਿਆ ਇਸ ਜੋਤ ਨੂੰ। ਤੇ ਜਦੋਂ ਜੋਤ ਆਪਣੀ ਖਿੱਚ ਲੈਂਦਾ ਸਰੀਰ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਵੀ ਜਦੋਂ ਮਾਲਕ ਆਪ ਹੀ ਆਪਣੀ ਜੋਤ ਲੈ ਕੇ ਜਾ ਰਿਹਾ ਹੈ ਫਿਰ ਕੀ ਕਹਿ ਸਕਦੇ ਆਂ ਵੀ ਕੌਣ ਮੂਆ ਹੈ, ਕੌਣ ਮਰਿਆ ਹੈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋ ਚਲਤ ਪਿਆ। ਸਾਹਿਬ ਜੀ ਕਹਿੰਦੇ ਵੀ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ ਨਾ ਤੇ ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਵੀ ਆਵਣ ਜਾਣਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਰਹਾਉ। ਫਿਰ ਮਹਾਰਾਜ ਵਿਸ਼ਰਾਮ ਦੇ ਕੇ ਠਹਿਰਾ ਦੇ ਕੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਅਗਲੀ ਕਿਛ ਖਬਰ ਨਾ ਪਾਈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਰੋ ਰਿਹਾ ਕੁਰਲਾ ਰਿਹਾ ਹੈ ਉਹਨੂੰ ਵੀ ਇਸ ਗੱਲ ਦੀ ਖਬਰ ਨਹੀਂ ਹੈ। ਰੋਵਨ ਹਾਰ ਪੇ ਊਠ ਸਿਧਾਈ। ਕਿ ਭਾਈ ਤੂੰ ਰੋ ਤੇ ਰਿਹਾ ਹੈ, ਜੇ ਰਿਹਾ ਇਹ ਨਹੀਂ ਤੇਰਾ ਸੱਜਣ ਮਿੱਤਰ ਰਿਸ਼ਤੇਦਾਰ ਤੇ ਯਾਦ ਰੱਖਣਾ ਰੋਣ ਵਾਲਿਆ ਰਹਿਣਾ ਤੂੰ ਵੀ ਨਹੀਂ, ਤੂੰ ਵੀ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਭਰਮ ਮੋਹ ਕੇ ਬਾਂਦੇ ਬੰਦ। ਮਹਾਰਾਜ ਸਾਹਿਬ ਕਹਿੰਦੇ ਵੀ ਆ ਜਿਹੜਾ ਸਾਡਾ ਸਰੀਰ ਹੈ ਨਾ ਅਸੀਂ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਆਪਣਾ ਜਿਹੜਾ ਕੀਮਤੀ ਜੀਵਨ ਹੈ ਇਹਨੂੰ ਖੁਆਰ ਕਰ ਰਹੇ ਹਾਂ ਔਰ ਸਮਾਂ ਜਿਹੜਾ ਇਹਨੂੰ ਬਤੀਤ ਐਵੇਂ ਹੀ ਬਤੀਤ ਹੁੰਦਾ ਜਾ ਰਿਹਾ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਨਾ ਕਿ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ, ਨਾ ਹਰ ਭਜਿਓ ਨਾ ਖੱਤ ਫਟਿਓ ਕਾਲ ਪਹੁੰਚੋ ਆਏ। ਕਹਿੰਦੇ ਟਾਲ ਮਟੋਲ ਕਰਦਿਆਂ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ। ਇੱਕ ਦਿਨ ਫਿਰ ਜਦੋਂ ਮੌਤ ਹੋ ਗਈ ਜਿੰਦ ਇਸ ਹਿਰਦੇ ਵਿੱਚੋਂ ਨਿਕਲ ਗਈ ਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਨਾ ਤੇ ਨਾਮ ਜਪਿਆ ਤੇ ਨਾ ਹੀ ਸਾਡੇ ਜਿਹੜੇ ਬੁਰੇ ਕਰਮ ਹਨ ਉਹ ਖਤਮ ਹੋ ਸਕੇ, ਉਹ ਮਿਟ ਸਕੇ। ਇਸ ਕਰਕੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਸੋਹਣਾ ਸਰੀਰ ਦਿੱਤਾ ਪਰ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਅਸੀਂ ਨਾਮ ਤੋਂ ਟੁੱਟ ਕੇ ਦੁਨੀਆ 'ਚ ਦੁਖੀ ਪਾਉਨੇ ਹਾਂ। ਸੁਪਨ ਪਿਆ ਪਖਲਾਏ ਅੰਧ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਜਿਵੇਂ ਸੁਪਨਾ ਆਉਂਦਾ ਹੈ ਨਾ ਕੁਝ ਸਮੇਂ ਵਾਸਤੇ ਤੇ ਸਾਧ ਸੰਗਤ ਜਦੋਂ ਅੱਖ ਖੋਲਦੀ ਤੇ ਐਉਂ ਲੱਗਦਾ ਹੈ ਵੀ ਇਹ ਤੇ ਸੁਪਨਾ ਸੀ, ਮੈਂ ਸੁਪਨੇ 'ਚ ਹੀ ਤੁਰਿਆ ਫਿਰਦਾ ਸਾਂ। ਇਹ ਜਿਹੜਾ ਸੰਸਾਰ ਹੈ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ।
ਮਹਾਰਾਜ ਕਹਿੰਦੇ ਇਹ ਵੀ ਇੱਕ ਸੁਪਨੇ ਦੀ ਨਿਆਈ ਹੈ। ਇਹੋ ਤੋ ਰਚਨ ਰਚਿਆ ਕਰਤਾਰ। ਕਿਉਂਕਿ ਜਿਹੜਾ ਸੰਸਾਰ ਤੇ ਆਉਣਾ ਜਾਣਾ ਇਹ ਕਾਲ ਪੁਰਖ ਵਾਹਿਗੁਰੂ ਨੇ ਮਾਨੋ ਇੱਕ ਰਚਨਾ ਰਚੀ ਹੈ। ਆਵਤ ਜਾਵਤ ਹੁਕਮ ਅਪਾਰ। ਤੇ ਸੰਸਾਰ ਤੇ ਆਉਣਾ ਜਾਣਾ ਜੰਮਣਾ ਮਰਨਾ ਇਹ ਪਰਮੇਸ਼ਰ ਵਾਹਿਗੁਰੂ ਦੇ ਹੱਥ ਵਿੱਚ ਹੈ। ਨਹਿ ਕੋ ਮੂਆ ਨ ਮਰਣੈ ਜੋਗ। ਸਾਹਿਬ ਕਹਿੰਦੇ ਵੀ ਜਦੋਂ ਉਸ ਕਾਲ ਪੁਰਖ ਨੇ ਇਸ ਹਿਰਦੇ 'ਚ ਆਪਣੀ ਜੋਤ ਟਿਕਾਈ ਉਹੋ ਹੀ ਵਾਪਸ ਲੈ ਗਿਆ। ਇਸ ਕਰਕੇ ਫਿਰ ਕੀ ਕਹਿ ਸਕਦੇ ਆ ਵੀ ਨਾ ਕੋਈ ਮਰਦਾ ਹੈ ਦੁਨੀਆ ਤੇ ਨਾ ਹੀ ਮਰਨ ਯੋਗ ਹੈ। ਨਹਿ ਬਿਨਸੈ ਅਬਿਨਾਸੀ ਹੋਗ। ਕਿਉਂਕਿ ਉਹ ਕਾਲ ਪੁਰਖ ਵਾਹਿਗੁਰੂ ਜਿਨੇ ਜੋਤ ਪੈਦਾ ਕੀਤੀ ਸਾਡੇ ਹਿਰਦੇ ਅੰਦਰ, ਜਿਹਦੇ ਕਰਕੇ ਅਸੀਂ ਸਾਹ ਲੈਨੇ, ਉਹ ਅਬਿਨਾਸ਼ੀ ਹੈ। ਬਾਕੀ ਸਾਰਾ ਸਰੀਰ ਨਾਸ਼ਵੰਤ ਹੈ। ਜੋ ਇਹ ਜਾਣੋ ਸੋ ਇਹੋ ਨਾਹੀ। ਸਾਹਿਬ ਕਹਿੰਦੇ ਜੋ ਅਸੀਂ ਮਨੁੱਖ ਨੂੰ ਮੰਨ ਕੇ ਬੈਠੇ ਆ ਉਹ ਇਦਾਂ ਦਾ ਹੈ ਨਹੀਂ ਹੈ। ਜਾਣਨ ਹਾਰੇ ਕਉ ਬਲ ਜਾਓ। ਤੇ ਜਿਨੇ ਇਸ ਜੋਤ ਦਾ ਭੇਦ ਜਾਣ ਲਿਆ ਨਾ, ਜਿਹੜੀ ਮਨੁੱਖ ਦੇ ਹਿਰਦੇ ਅੰਦਰ ਹੈ, ਵੀ ਇਹ ਤੇ ਹੁਕਮ ਹੈ, ਜਦੋਂ ਉਹ ਲੈ ਜਾਂਦਾ ਹੈ ਉਹਦੀ ਮਰਜ਼ੀ, ਭੇਜਦਾ ਹੈ ਉਹਦੀ ਮਰਜ਼ੀ। ਸਾਹਿਬ ਕਹਿੰਦੇ ਜਿਹੜਾ ਇਸ ਗੱਲ ਨੂੰ ਜਾਣ ਗਿਆ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਬੇਨਤੀ ਕਰਦੇ ਨੇ ਉਸ ਕਾਲ ਪੁਰਖ ਵਾਹਿਗੁਰੂ ਨੇ, ਮਹਾਰਾਜ ਕਹਿੰਦੇ ਮੇਰੇ ਮਨ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਨਾ ਕੋਈ ਮਰੈ ਨਾ ਆਵੈ ਜਾਇਆ। ਸਾਹਿਬ ਕਹਿੰਦੇ ਸਰੀਰ ਬਦਲੀ ਜਾਂਦੇ ਜੋਤ ਉਹੀ ਹੈ। ਨਾ ਕੋਈ ਮਰਿਆ ਹੈ ਸੰਸਾਰ ਤੇ ਨਾ ਹੀ ਕੋਈ ਜਾਂਦਾ ਹੈ। ਇਹ ਸਾਰੀਆਂ ਉਹੀ ਰੂਹਾਂ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਸਰੀਰ ਦੀ ਗੱਲ ਕਰਦਿਆਂ ਅੱਜ ਦੇ ਪਵਿੱਤਰ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ, ਇਹ ਸਰੀਰ ਮਾਲਕ ਦੇ ਲੇਖੇ ਵਿੱਚ ਲਾਈਏ। ਬੇਨਤੀ ਕਰਦਿਆਂ, ਵਿਚਾਰਾਂ ਕਰਦਿਆਂ, ਇਤਿਹਾਸ ਪੇਸ਼ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ, ਸੁਭਾਵਕ ਨੇ ਮੇਰੀ ਝੋਲੀ ਵਿੱਚ ਪਾ ਦਿਓ। ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਗੁਰਸਿੱਖੀ ਦਾਨ ਬਖਸ਼ੋ। ਕੋਟਨ ਕੋਟ ਧੰਨਵਾਦ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਵਾਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ। ਆਓ ਦੋ ਆਖਰੀ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ ਜੀ। ਕਹੋ ਨਾਨਕ ਗੁਰ ਭਰਮ ਚੁਕਾਇਆ। ਨਾ ਕੋਈ ਮਰੈ ਨਾ ਆਵੇ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।